नमस्कार सत श्री अकाल दोस्तों अज बड़ा ही अजीब जिहा केस एक मेरे सामने आया हैगा। भाई साहब के जिहड़े नाल बैठे आ गुरविंदर सिंह जी बंगियां तो आए आ। समझ नहीं आ रहा मैं की करन जा रहा, लेकिन देखते हैं की हुंदा है। गलबात दे विचों की छिट्टे निकल के आंदे। गुरविंदर जी, हाँ जी सर। तुहाडी मैरिज पहला हो गई, ठीक है? हाँ जी सर। ਉਹਦੇ ਤੁਹਾਡੇ दो बच्चे ने, हाँ जी। ठीक है। ਉਹਦੇ बावजूद भी ਤੁਸੀਂ ਕਿਸੇ ਸੈਕੰਡ ਲੇਡੀ ਦੇ ਨਾਲ ਰਿਲੇਸ਼ਨ 'ਚ ਰਹੇ, हाँ जी। ਰਾਈਟ? हाँ जी। ਉੱਥੋਂ ਤੁਹਾਡੇ ਜਿਹੜਾ ਹੈਗਾ ਵਾ ਉਹ ਲੇਡੀ ਜਿਹੜੀ ਪ੍ਰੈਗਨੈਂਟ ਹੋ ਗਈ, हाँ जी। ਠੀਕ ਹੈ। ਤੇ ਤੁਹਾਡੀ ਵਾਈਫ ਨੂੰ, ਪਹਿਲੀ ਵਾਈਫ ਨੂੰ ਪਤਾ ਲੱਗਾ ਕਿ ਇਦਾਂ ਇਦਾਂ ਗੱਲਬਾਤ ਹੋਈ ਆ, हाँ जी। ਠੀਕ ਹੈ। ਤੁਹਾਨੂੰ ਜਿਹੜਾ ਹੈਗਾ ਵਾ ਉਹਨੇ ਕਿਹਾ ਵੀ ਨਹੀਂ ਮੈਂ ਨਹੀਂ ਰਹਿ ਸਕਦੀ ਤੁਹਾਡੇ ਨਾਲ, ਤੁਸੀਂ ਜਾਓ ਉਸ ਲੇਡੀ ਦੇ ਕੋਲ। ਮੇਰੀ ਵਾਈਫ ਨੂੰ ਸਰ ਮੈਂ 30 ਅਪ੍ਰੈਲ 2013 ਨੂੰ ਜਦੋਂ ਮੈਂ ਘਰ ਤੋਂ ਮੂਵ ਹੋਣ ਲੱਗਾ ਸੀਗਾ ਜੀ, ਮੈਂ ਉਹਨਾਂ ਨੂੰ ਇਹ ਗੱਲ ਬੋਲੀ ਸੀ ਕਿ ਆ ਮੇਰੇ ਤੋਂ ਮਿਸਟੇਕ ਹੋ ਚੁੱਕੀ ਆ। ਹਾਂ, ਇਹਦੀ ਮੇਰੇ ਲਈ ਸਜ਼ਾ ਆ ਬਣਦੀ ਆ ਕਿ ਮੈਨੂੰ ਇਨਸਾਨੀਅਤ ਦੇ ਨਾਤੇ ਉਹਦੇ ਨਾਲ ਖੜਨਾ ਪੈਣਾ, ਕਿਉਂਕਿ ਉਹਦਾ ਘਰ ਮੇਰੇ ਕਰਕੇ ਬਰਬਾਦ ਹੋ ਰਿਹਾ ਜੀ। ਠੀਕ ਹੈ। ਤਾਂ ਮੇਰੀ ਵਾਈਫ ਨੇ ਉਸਨੇ ਇਹ ਕਿਹਾ ਸੀਗਾ ਕਿ ਤੁਸੀਂ ਇੱਥੋਂ ਜਾ ਸਕਦੇ ਆ ਪਰ ਇੱਥੇ ਨਹੀਂ ਜਾ ਸਕਦੇ, ਮੈਂ ਕੋਈ ਲੀਗਲੀ ਕਾਰਵਾਈ ਨਹੀਂ ਕਰੂੰਗੀ, ਜੋ ਕਿ ਉਹਨੇ ਅੱਜ ਤੱਕ ਵੀ ਨਹੀਂ ਕੀਤੀ। ਠੀਕ ਹੈ। ਮੇਰੇ ਫਾਦਰ ਸਾਹਿਬ ਨੇ ਮੈਨੂੰ, ਜੋ ਕਿ ਮੈਨੂੰ ਸੁਣਿਆ ਗਿਆ ਕਿ ਮੈਨੂੰ 8 ਮਈ ਨੂੰ ਬੇਦਖਲ ਕਰ ਦਿੱਤਾ ਸੀ। ਕਹਿਣ ਦਾ ਭਾਵ ਇਹ ਹੈਗਾ ਕਿ ਤੁਹਾਡੀ ਵਾਈਫ ਨੇ ਜਿਹੜਾ ਹੈ ਤੁਹਾਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਨਹੀਂ ਰਹਿ ਸਕਦੇ ਹੈਗੇ, ਤੁਸੀਂ ਉਹਦੇ ਕੋਲ ਚਲੇ ਜਾਓ। ਤੁਸੀਂ ਆਪਣੀ ਮਜਬੂਰੀ ਦੱਸੀ ਕਿਉਂਕਿ ਉਹ ਪ੍ਰੈਗਨੈਂਟ ਹੈਗੀ ਆ, ਉਹਨੇ ਤੁਹਾਨੂੰ ਇਜਾਜ਼ਤ ਦੇ ਦਿੱਤੀ ਜਾਣ ਦੀ, ਤੇ ਘਰਦਿਆਂ ਨੇ ਤੁਹਾਨੂੰ ਬੇਦਖਲ ਕਰ ਦਿੱਤਾ। ਹਾਂਜੀ, ਠੀਕ ਹੈ। ਤੇ ਹੁਣ ਉਹ ਤੁਹਾਡੀ ਵਾਈਫ ਜਿਹੜੀ ਆ ਆਪਣੇ 2 ਬੱਚਿਆਂ ਦੇ ਨਾਲ ਉਹ ਆਪਣੇ ਮਾਂ-ਬਾਪ ਦੇ ਕੋਲ, ਤੁਹਾਡੇ ਮਾਂ-ਬਾਪ ਦੇ ਕੋਲ ਹੀ ਰਹਿ ਰਹੀ ਹੈਗੀ। ਮੇਰਾ ਘਰ ਜੋ ਕਿ ਮੈਂ ਛੱਡ ਕੇ ਆ ਚੁੱਕਾ ਜੀ, ਉੱਥੇ ਰਹਿ ਰਿਹਾ। ਹਾਂ, ਉੱਥੇ ਰਹਿ ਰਹੇ ਹੈਗੇ ਆ। ਤੇ ਤੁਸੀਂ ਜਿਹੜੇ ਹੈਗੇ ਆ ਲਗਾਤਾਰ ਉਸ ਤੋਂ ਬਾਅਦ ਸਨ 2013 ਤੋਂ 30 ਅਪ੍ਰੈਲ ਜੀ, 30 ਅਪ੍ਰੈਲ 2013 ਤੋਂ ਰਹਿ ਰਹੇ ਹੈਗੇ ਆ ਜਿਹੜੀ ਸੈਕੰਡ ਜਿਹੜੀ ਲੇਡੀ ਸੀਗੀ। ਹਾਂਜੀ। ਹੁਣ ਕੀ ਬਣਿਆ ਉਸ ਲੇਡੀ ਦੇ ਨਾਲ? ਜਿਹੜਾ ਸਾਡਾ ਤਕਰੀਬਨ ਆਪਾਂ ਬੜਾ ਸਮੂਥ ਚੱਲ ਰਹੇ ਸੀਗੇ ਜੀ, ਬੜੇ ਜ਼ਿੰਦਗੀ ਦੇ ਔਖੇ ਸਫ਼ਰ ਦੇਖੇ ਆ। ਜਸਟ ਇੱਥੋਂ ਤੱਕ ਕਿ 30 ਅਪ੍ਰੈਲ ਨੂੰ ਮੈਂ ਇਹਨਾਂ ਨੂੰ ਲੈ ਕੇ ਆਇਆ ਜੀ। 2 ਮਈ ਨੂੰ ਮੇਰੇ ਬੇਟਾ ਹੋਇਆ। ਬੇਟਾ ਹੋਣ ਤੋਂ ਬਾਅਦ ਵਿੱਚ ਜਸਟ ਇਹਦੀ ਮਦਰ ਨੂੰ ਕਾਲ ਕੀਤੀ ਸੀ ਤਾਂ ਉਹ ਕਹਿੰਦੀ ਸੀ ਮੇਰੇ ਵੱਲੋਂ ਇਹ ਵੀ ਮਰ ਗਈ, ਜੰਮਣੇ ਵਾਲਾ ਵੀ ਮਰ ਗਿਆ ਤੇ ਤੂੰ ਵੀ ਮਰ ਗਿਆ। ਠੀਕ ਹੈ ਜੀ, ਸਾਡਾ ਕੋਈ ਵਾਸਤਾ। ਅੱਛਾ, ਜਿਹੜੀ ਸੈਕੰਡ ਲੇਡੀ ਆ ਜਿਹਦੇ ਕਰਕੇ ਤੁਸੀਂ ਘਰ ਛੱਡ ਗਏ, ਉਹ ਪਹਿਲਾਂ ਮੈਰਿਡ ਸੀਗੀ? ਉਹ ਮੈਰਿਡ ਸੀਗੀ ਜੀ। ਉਹਦਾ ਇਸੇ ਪ੍ਰੈਗਨੈਂਟ ਮੇਰੇ ਤੋਂ ਸੀਗੀ, ਇਸੇ ਵਜ੍ਹਾ ਕਰਕੇ ਉਹਦਾ ਡਿਵੋਰਸ। ਮੰਨ ਲਓ ਕਹਿਣ ਦਾ ਜਿੱਥੇ ਤੁਸੀਂ ਡਿਫਾਲਟਰ ਹੋ ਗਏ, ਉੱਥੇ ਉਹ ਲੇਡੀ ਵੀ ਡਿਫਾਲਟਰ ਹੋ ਗਈ। ਉਹ ਵੀ ਪਹਿਲਾਂ ਮੈਰਿਡ ਸੀਗੀ। ਮੈਰਿਡ ਹੋਣ ਦੇ ਬਾਵਜੂਦ ਵੀ ਉਹਨੇ ਤੁਹਾਡੇ ਨਾਲ ਰਿਲੇਸ਼ਨ ਬਣਾਏ। ਰਿਲੇਸ਼ਨ ਬਣਾ ਕੇ ਉਹਦੇ ਨਾਲ, ਉਹਦੇ ਕਰਕੇ ਉਹਦਾ ਡਾਈਵੋਰਸ ਹੋ ਗਿਆ। ਠੀਕ ਹੈ। ਤੇ ਤੁਸੀਂ ਦੋਨੇ ਡਾਈਵੋਰਸੀ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਇਕੱਠੇ ਰਹਿਣ ਲੱਗ ਗਏ ਐਜ ਏ ਲਿਵ ਇਨ ਰਿਲੇਸ਼ਨ ਦੇ ਵਿੱਚ। ਜਿਹੜਾ ਏਦਾਂ ਹੀ ਹੋਇਆ? ਅੱਛਾ, ਫਿਰ ਜ਼ਿੰਦਗੀ ਚੱਲਦੀ ਰਹੀ। ਫਿਰ ਕੀ ਹੋਇਆ? ਜ਼ਿੰਦਗੀ ਚੱਲਦੀ ਰਹੀ। ਉਸ ਤੋਂ ਬਾਅਦ ਸਰ ਜਿੱਦਾਂ ਮੈਂ 4 ਮਹੀਨੇ ਨਵਾਂ ਸ਼ਹਿਰ ਰਿਹਾ ਜੀ, ਉੱਥੇ ਆਪਾਂ ਨੂੰ 4 ਮਹੀਨੇ ਦੇ ਵਿੱਚ 1 ਰੁਪਏ ਦਾ ਵੀ ਕੰਮ ਨਹੀਂ ਮਿਲਿਆ ਜੀ, ਕਿਉਂਕਿ ਮੈਂ ਜੋ ਮੇਰਾ ਸਟੈਂਡਰਡ ਸੀ, ਮੇਰੇ ਕੋਲ ਜਿੰਨੇ ਵੀ ਮਾੜੇ ਮੋਟੇ ਕੱਪੜੇ ਸੀ ਉਹ ਮੈਂ ਉਸ ਲੈਵਲ ਦੇ ਉੱਥੇ ਸੀਗੇ। ਬਟ ਉਹ ਕੱਪੜੇ ਦੇਖ ਕੇ ਮੈਨੂੰ ਕੋਈ ਲੇਬਰ ਦਾ ਵੀ ਕੰਮ ਨਹੀਂ ਦੇ ਰਿਹਾ। ਫਿਰ ਸੋਚ ਕੇ ਫਿਰ ਘਰੋਂ ਨਿਕਲੇ ਤੁਸੀਂ? ਸਰ ਸੋਚ ਕੇ ਕਿ ਕੋਈ ਪਹਿਲਾਂ ਆਪਰੇਟ ਹੋ ਗਿਆ ਜੀ, ਸੀਜ਼ਨ ਹੋਇਆ, ਜੋ ਮੇਰੀ ਜੇਬ ਦੇ ਵਿੱਚ ਪੈਸਾ ਸੀ 19 ਦਿਨ ਬਾਅਦ ਇਹ ਜ਼ਿਆਦਾ ਸੀਰੀਅਸ ਹੋ ਗਈ, ਬਹੁਤ ਜ਼ਿਆਦਾ। ਉਸ ਵੇਲੇ ਹਸਪੀਟਲ ਦੇ ਵਿੱਚ 55,000 ਰੁਪਈਆ ਮੇਰਾ ਲੱਗ ਗਿਆ ਜੀ। 8,000 ਰੁਪਈਆ ਉਹਨਾਂ ਦਾ ਪੈਂਡਿੰਗ ਪਿਆ, ਜਦ ਕਿ ਮੈਂ ਡਾਕਟਰ ਸਾਹਿਬ ਨੂੰ ਇਹ ਬੋਲਿਆ ਸੀ ਮੈਨੂੰ ਛੁੱਟੀ ਦੇ ਦਿਓ, ਮੇਰੇ ਹੱਥ ਖੜੇ ਆ। ਠੀਕ ਹੈ ਜੀ, ਜਦ ਕਿ ਇਹਨੂੰ ਪ੍ਰੋਬਲਮ ਬਹੁਤ ਜ਼ਿਆਦਾ ਨਹੀਂ ਸੀਗੀ, ਬੀਪੀ ਲੋ ਸੀਗਾ, ਪਰ ਉਹਨਾਂ ਨੇ ਵੀ ਮਿਸਗਾਈਡ ਕਰਕੇ ਬਹੁਤ ਜ਼ਿਆਦਾ ਬਿੱਲ ਬਣਾਇਆ ਜੀ। ਉਸ ਤੋਂ ਬਾਅਦ ਆਪਾਂ ਉੱਥੋਂ ਮੂਵ ਹੋਏ ਆ। ਬੱਚਾ ਹੋ ਗਿਆ? ਫਿਰ ਬੱਚਾ 2 ਮਹੀਨੇ ਹੋ ਗਿਆ ਸੀਗਾ ਜੀ। ਫਿਰ ਕਿੱਥੇ ਰਹਿੰਦੇ ਰਹੇ ਤੁਸੀਂ? 4 ਮਹੀਨੇ ਨਵੇਂ ਸ਼ਹਿਰ ਰਿਹਾ ਜੀ। ਉਸ ਤੋਂ ਬਾਅਦ ਫਗਵਾੜੇ ਮੂਵ ਹੋ ਗਏ ਆ। ਫਗਵਾੜੇ ਅੱਜ ਮੂਵ ਹੋਇਆ, ਜਿੱਦਾਂ ਤੀਸਰੇ ਦਿਨ ਮੈਂ ਕੰਮ ਤੇ ਜਾਣ ਲੱਗ ਪਿਆ ਸੀ ਜੀ। ਅੱਛਾ ਜੀ। ਅਸ਼ੀਸ਼ ਕੰਟੀਨੈਂਟਲ ਫਗਵਾੜੇ ਦੇ ਵਿੱਚ ਜੀ। ਉੱਥੇ ਵੀ ਮੈਂ ਕੰਮ ਕੀਤਾ, ਤਕਰੀਬਨ ਸਾਲ ਭਰ ਕੰਮ ਕੀਤਾ। ਉੱਥੇ ਜਿਹੜੇ ਓਨਰ ਸੀਗੇ, ਜਿੱਦਾਂ ਮੇਰੇ ਨਾਲ ਕਮਿਟਮੈਂਟ ਕੀਤੀ ਹੋਈ ਸੀ ਕਿ ਆਹ ਕੰਮ ਤੇਰਾ ਆ ਤੈਨੂੰ ਐਕਸਟਰਾ ਦੇਣਾ, ਉਹ ਕਿਸੇ ਵਜ੍ਹਾ ਕਰਕੇ ਨਹੀਂ ਦੇ ਸਕੇ। ਉਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਸੀ, ਥੋੜਾ ਬਹੁਤਾ ਸਾਡੇ ਵਿੱਚ ਮਿਸ ਅੰਡਰਸਟੈਂਡਿੰਗ ਹੋਈ ਤੇ ਮੈਂ ਉਹ ਕੰਮ ਛੱਡ ਦਿੱਤਾ ਉੱਥੋਂ। ਪਰ ਮੇਰੇ ਪੈਸੇ 1,70,000 ਰੁਪਇਆ ਮਰਿਆ ਜੀ ਉੱਥੇ। ਉਸ ਤੋਂ ਬਾਅਦ ਮੈਂ ਉਹਨਾਂ ਦੇ ਬੇਟੇ ਕੋਲ ਵੀ ਗਿਆ, ਅਫਸੋਸ ਵੀ ਕਰਨ ਗਿਆ ਵੀ ਚਲੋ ਮੇਰੀ ਮਿਸਟੇਕ ਆ ਕਿ ਮੈਂ ਉਹਨਾਂ ਨੂੰ ਬੋਲਿਆ ਔਰ ਸੂਖਦਾਰ ਬੰਦਿਆਂ ਨੂੰ ਬੋਲ ਬੈਠਾ, ਉਹ ਗੱਲ ਦਿਲ ਨੂੰ ਲੱਗ ਗਿਆ ਜੀ। ਉਹ ਪੈਸੇ ਮਰਨ ਤੋਂ ਬਾਅਦ ਸਰ ਮੈਂ ਇਹਨਾਂ ਦੇ ਮਾਮਾ ਜੀ ਦੇ ਨਾਲ ਟੱਚ ਵਿੱਚ ਆਇਆ। ਕਿਹਦੇ ਮਾਮੇ ਨਾਲ? ਆਪਣੀ ਵਾਈਫ ਦੇ। ਅੱਛਾ ਜੀ। ਜਿਹੜੇ ਕਿ ਲਿਵਰ ਰਿਲੇਸ਼ਨ ਦੇ ਵਿੱਚ ਰਹਿ ਰਿਹਾ, ਉਹਨਾਂ ਦੇ ਨਾਲ ਟੱਚ ਵਿੱਚ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਸ਼ਿਫਟ ਕਰਾ ਲਿਆ ਮੰਨਣ ਪਿੰਡ ਦੇ ਵਿੱਚ ਜੀ। ਉਹ ਮੈਨੂੰ ਭੱਠੇ ਦੇ ਨਾਲ ਕੰਮ ਲੈਣ ਜਾਣ ਲੱਗ ਪਏ। ਥੋੜੇ ਕਿ ਦੇਰ ਉੱਥੇ ਕੰਮ ਹੋਇਆ ਜੀ। ਕੰਮ ਕਰਨ ਤੋਂ ਬਾਅਦ ਵਿੱਚ ਹੌਲੀ ਅਪਡੇਸ਼ਨ ਹੁੰਦੀ ਤੇ ਮੈਂ ਲਾਸਟ ਇੱਥੇ ਹੁਸ਼ਿਆਰਪੁਰ 3.5 ਸਾਲ ਜੌਬ ਕੀਤੀ ਜੀ, ਟੀਵੀ ਕੇਅਰ ਸੈਂਟਰ ਤੇ। ਅੱਛਾ ਜੀ। ਮੈਂ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਰੱਖੀ ਜੀ, ਕਿਸੇ ਤਰ੍ਹਾਂ ਦਾ ਵੀ ਕੋਈ ਇਹੋ ਜਿਹਾ ਮਿਸਬਿਹੇਵ ਨਹੀਂ ਕੀਤਾ।
ਵੀ ਮੈਂ ਇਹ ਮੇਰੇ ਬੱਚੇ ਆ, ਮੇਰੀ ਜ਼ਿੰਮੇਵਾਰੀ ਆ। ਨਾ ਮੈਂ ਕਦੀ ਆਪਣੇ ਪਰਿਵਾਰ ਕੋਲ ਵਾਪਸ ਮੁੜ ਕੇ ਗਿਆ ਤੇ ਨਾ ਅੱਜ ਤੱਕ ਗਿਆ ਤੇ ਨਾ ਜ਼ਿੰਦਗੀ 'ਚ ਜਾਣਾ ਆ। ਹੁਣ ਕੀ ਹੁਣ ਤੁਹਾਡੀ ਵਾਈਫ ਕਿੱਥੇ ਰਹਿ ਰਹੀ ਹੈ? ਹੁਣ ਮੇਰੀ ਵਾਈਫ ਫਗਵਾੜੇ ਜੀ। ਉਹ ਕਿਉਂ ਚਲੇ ਗਏ? ਸਰ ਮੈਨੂੰ ਇਸੇ ਚੀਜ਼ ਦੀ ਸਮਝ ਨਹੀਂ ਆ ਰਹੀ ਹੈਗੀ ਜੀ। ਮੈਂ ਲੋਕਡਾਊਨ ਤੋਂ ਬਾਅਦ ਵਿੱਚ ਆਪਾਂ ਨੂੰ ਡਿਸਟਰਬੈਂਸ ਆਈ ਆ, ਠੀਕ ਹੈ ਜੀ। ਜਿੱਥੇ ਮੈਂ ਰੈਂਟ ਤੇ ਰਹਿ ਰਿਹਾ ਸੀਗਾ ਉਹਨਾਂ ਦਾ ਰੈਂਟ ਮੇਰਾ 11 ਮਹੀਨਿਆਂ ਦਾ ਪਿਆ ਸੀਗਾ, ਜਿਹੜਾ ਕਿ ਮੈਂ ਦਸੰਬਰ ਨੂੰ ਦੇਣ ਦੀ ਕਮਿਟਮੈਂਟ ਕੀਤੀ ਸੀ, ਮੈਂ 2 ਵਾਰ ਕਰਕੇ ਦਊਂਗਾ। ਉਹ ਮੇਰੇ ਕੋਲ ਕਦੀ ਰੈਂਟ ਮੰਗਣ ਨਹੀਂ ਸੀ ਆਏ। ਪਰ ਮੈਂ 19 ਤਰੀਕ ਸਵੇਰੇ ਜਦੋਂ ਘਰੋਂ ਨਿਕਲਿਆ ਸਰ, ਮੈਂ ਗੁਰੂ ਨਾਨਕ ਦੇਵ ਜੀ ਦੀ ਮਤਲਬ ਜਯੰਤੀ ਸੀਗੀ ਉਦੋਂ, ਤੇ ਮੈਂ ਆਪਣੀ ਵਾਈਫ ਨੂੰ ਇਹ ਕਿਹਾ ਹੈਗਾ ਕਿ ਵੀ ਤੁਸੀਂ ਮਸਰਾਂ ਦੀ ਦਾਲ ਬਣਾ ਲਿਓ। ਤੇ ਮੈਨੂੰ ਸਵੇਰੇ ਬੋਲੀ ਉਹ ਕਹਿੰਦੀ ਅੱਜ ਨਹੀਂ ਬਣਾਉਣੀ ਹੈਗੀ, ਮਾਹਾਂ ਦੀ ਬਣਾਉਣੀ ਆ। ਠੀਕ ਹੈ ਜੀ ਸਰ। ਉਸ ਤੋਂ ਬਾਅਦ ਮੈਂ ਜਦੋਂ ਸ਼ਾਮ ਨੂੰ 6:40-45 ਮਿੰਟ ਤੇ ਆਇਆ ਕੰਮ ਤੋਂ ਘਰ, ਤੇ ਘਰ ਤਾਲਾ ਲੱਗਾ ਸੀ। ਤਾਲਾ ਲੱਗਣ ਤੋਂ ਬਾਅਦ ਮੈਂ ਆਂਢ ਗੁਆਂਢ ਤੋਂ ਪੁੱਛਗਿੱਛ ਕੀਤੀ, ਕਿਸੇ ਨੇ ਮੈਨੂੰ ਸਹੀ ਨਹੀਂ ਦੱਸਿਆ ਜੀ। ਪਰ ਜਦੋਂ ਇੱਕ ਹੋਰ ਨਾਲ ਦਾ ਘਰ ਸੀਗਾ, ਉਹ ਪਹਿਲਾਂ ਲੋਕ ਲੱਗਾ ਸੀ, ਉਹਨੇ ਦੱਸਿਆ, ਕਹਿੰਦੇ ਤੁਸੀਂ ਤਾਂ ਸ਼ਿਫਟ ਹੋ ਗਏ ਆ। ਫਿਰ ਮੈਂ ਮਾਲਕਾਂ ਨੂੰ ਫੋਨ ਕੀਤਾ ਜੀ, ਜਿਹੜੇ ਮਕਾਨ ਮਾਲਕ ਆ, ਮਕਾਨ ਮਾਲਕ ਨੂੰ ਫੋਨ ਕੀਤਾ, ਕਹਿੰਦਾ ਜੀ ਉਹ ਚਲ ਗਿਆ। ਉਹਨਾਂ ਨੇ ਅੱਧਾ ਸਮਾਨ ਗੱਡੀ ਦੇ ਵਿੱਚੋਂ ਲਹਾ ਲਿਆ, 17,000 ਰੁਪਏ ਦਾ ਸਮਾਨ ਲਹਾ ਲਿਆ, ਜਦ ਕਿ ਦੇਣਾ ਸਿਰਫ ਉਹਨਾਂ ਦਾ 15,000 ਰੁਪਇਆ ਸੀ। ਬਲਕਿ ਕਹਿੰਦਾ ਵੀ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਨੇ ਜਿਸ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ, ਹਾਂਜੀ, ਉੱਥੋਂ ਸਮਾਨ ਸ਼ਿਫਟ ਕਰ ਲਿਆ, ਉਹ ਚਲੇ ਗਏ। ਉੱਥੋਂ ਜਿਹੜਾ ਰੈਂਟ ਰਹਿੰਦਾ ਸੀਗਾ ਉਹਦਾ ਮਾਲਕ ਮਕਾਨ ਨੇ ਉਹਦੇ ਹਿਸਾਬ ਨਾਲ ਸਮਾਨ ਸਮੂਨ ਕੋ ਰਖਾ ਲਿਆ। ਤੇ ਮੈਂ ਉਹਨਾਂ ਨੇ ਕਾਲ ਕੀਤੀ, ਮੈਂ ਉਹਨਾਂ ਨੂੰ ਇਹ ਗੱਲ ਦੱਸੀ, ਮੈਂ ਕਿਹਾ ਸਰ ਵੀ ਮੈਂ ਤੁਸੀਂ ਮੈਨੂੰ ਉਸ ਵੇਲੇ ਜੇ ਸਾਰਾ ਸਮਾਨ ਲੈ ਕੇ ਚਲ ਜਾਂਦੀ, ਮੈਂ ਤੁਹਾਡਾ ਦੋਸ਼ੀ ਬਣ ਜਾਣਾ ਸੀ, ਕਿਉਂਕਿ ਘਰ ਤੁਹਾਡੇ ਤੋਂ ਕਿਰਾਏ ਤੇ ਮੈਂ ਲਿਆ ਸੀ, ਤੁਸੀਂ ਪਰਚੇ ਮੇਰੇ ਤੇ ਦੇਣੇ ਸੀ। ਤੁਸੀਂ ਮੈਨੂੰ ਉਸ ਵੇਲੇ ਕਾਲ ਕਿਉਂ ਨਹੀਂ ਕੀਤੀ? ਕੀ ਪਤਾ ਉਸ ਲੇਡੀ ਨੇ ਕੀ ਕਿਹਾ ਵੀ ਆਪਾਂ ਵੀ ਉਹ ਨਹੀਂ ਹੈਗੇ, ਜਾਂ ਆਪਾਂ ਪਹਿਲਾਂ ਹੀ ਮਨ ਬਣਾਇਆ। ਉਹ ਤਾਂ ਹੁਣ ਸਰ ਇਹ ਤਾਂ ਉਹਨਾਂ ਦੀ ਪਲੈਨਿੰਗ ਸੀਗੀ, ਜੋ ਕਿ ਮੈਂ ਹੁਣ ਦਿੱਕਤ ਕਿੱਥੇ ਆ ਰਹੀ ਹੈ? ਉਹ ਚਲ ਗਈ, ਤੁਹਾਨੂੰ ਛੱਡ ਕੇ ਚਲ ਗਈ, ਨਾ ਤੁਸੀਂ ਉਧਰਲੇ ਜੁੜ ਰਹੇ ਤੇ ਨਾ ਇੱਧਰ ਜੋਗੇ ਰਹੇ। ਬਿਲਕੁਲ ਜੀ। 2 ਬੱਚੇ ਤੁਹਾਡੇ ਜਿਹੜੇ ਆ ਉੱਥੇ ਉਹ ਪਹਿਲੀ ਵਾਈਫ ਦੇ ਹੈਗੇ ਆ। ਹਾਂਜੀ। ਤਾਂ ਹੁਣ ਇਹਦੇ ਕਿੰਨੇ ਆ? ਇਹਦੇ 2 ਬੇਟੀ ਬੇਟਾ। 2 ਬੱਚੇ ਇਹਦੇ ਹੈਗੇ ਆ। ਹਾਂਜੀ, ਬੇਟਾ ਵੱਡਾ। ਇਹ ਵੀ ਜਿਹੜੀ ਹੈ ਡਾਈਵੋਰਸੀ ਹੈਗੀ ਆ, ਤੁਹਾਡੇ ਕਰਕੇ ਇਹਨੂੰ ਡਾਈਵੋਰਸ ਲੈਣਾ ਪੈ ਗਿਆ। ਹਾਂਜੀ, ਠੀਕ ਹੈ ਜੀ। ਤੇ ਫਿਰ ਤੁਸੀਂ ਤੇ ਫਿਰ ਗੱਬੇ ਲਟਕਦੇ ਫਿਰਦੇ ਆ। ਮੈਂ ਤਾਂ ਸਰ ਨਾ ਉਧਰ ਜੋਗਾ ਰਿਹਾ ਨਾ ਉਧਰ ਜੋਗਾ ਜੀ। ਜੇ ਮੈਂ ਇਹਨਾਂ ਨੂੰ ਕਾਲ ਕਰਦਾ ਹੈਗਾ ਆ ਵੀ ਤੁਸੀਂ ਦੱਸੋ ਮੈਨੂੰ ਕਦ ਪੈਣਾ, ਕੋਈ ਮਿੰਟ ਨਹੀਂ, ਇਹਨਾਂ ਨੇ ਹਰ ਇੱਕ ਰਿਸ਼ਤੇਦਾਰ ਨੇ ਮੈਨੂੰ ਗਾਲਾਂ ਕੱਢੀਆਂ, ਜੋ ਕਿ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਜੀ, ਜੋ ਮੇਰੇ ਵਿੱਚ ਫੋਨ ਤੇ ਰਿਕਾਰਡ ਆ। ਈਵਨ ਕਿ ਤੁਹਾਡੀ ਗੱਲ ਨਹੀਂ ਹੋਈ ਵੀ ਹੁਣ ਕਿਉਂ ਛੱਡ ਕੇ ਚਲ ਗਈ ਆ? ਸਰ ਕੋਈ ਜਵਾਬ ਹੀ ਨਹੀਂ ਜੀ, ਕੋਈ ਇਸ ਚੀਜ਼ ਦਾ ਜਵਾਬ ਨਹੀਂ। ਮੈਨੂੰ ਰੀਜ਼ਨ ਦੱਸੋ ਕੀ ਆ, ਤੁਹਾਡੀ ਕੋਈ ਸੋਚ ਹੋ ਰਿਹਾ? ਹੁਣ ਕਿੱਥੇ ਰਹਿ ਰਹੀ ਉਹ? ਫਗਵਾੜੇ ਆਪਣੀ ਮੰਮੀ ਦੇ ਕੋਲ ਜੀ। ਆਪਣੇ ਮਦਰ ਫਾਦਰ ਕੋਲ, ਜਿਹੜੇ ਮਦਰ ਫਾਦਰ ਪਹਿਲਾਂ ਉਹਨੂੰ ਪੁੱਛਦੇ ਨਹੀਂ ਸੀਗੇ, ਹਾਂਜੀ, ਸਭ ਛੱਡ ਗਏ ਸੀਗੇ, ਏਦਾਂ ਹੀ ਹੋਇਆ ਸੀਗਾ। ਤੇ ਹੁਣ ਉਹਦੇ ਕੋਲ ਰਹਿ ਰਹੀ ਹੈਗੀ। ਉਹਦੇ ਫਾਦਰ ਸਾਹਿਬ ਨਹੀਂ ਹੈਗੇ, ਉਹਦੀ ਮਦਰ ਹੈ ਜੀ। 2-2.5 ਸਾਲ ਤੋਂ ਮਿਲਣ ਲੱਗੇ, ਉਹਦਾਂ ਦੇ ਇਹ 5-6 ਵਾਰ ਅਪ ਡਾਊਨ ਕਰਕੇ ਆ ਚੁੱਕੇ। ਕਦੀ ਬੱਚੇ ਛੱਡ ਕੇ ਚਲ ਗਏ ਤੇ ਕਦੀ ਲੈ ਕੇ ਚਲ ਗਏ। ਅੱਛਾ ਜੀ। ਬੱਚਿਆਂ ਨਾਲ ਕੋਈ ਗੱਲਬਾਤ ਹੋਈ? ਬੱਚਿਆਂ ਨਾਲ ਗੱਲ ਕਰਾਉਂਦੇ ਨਹੀਂ ਸਰ। ਇੱਕ ਦਿਨ ਗੱਲ ਕਰਵਾਈ ਸੀਗੀ, ਉਹ ਵੀ ਬੇਟੇ ਨੇ ਫੋਨ ਚੱਕਿਆ ਤੇ ਬੇਟੇ ਤੋਂ ਗਾਲਾਂ ਕਢਵਾਈਆਂ ਮੈਨੂੰ। ਉਸ ਵੇਲੇ ਜਦੋਂ ਮੈਂ ਖਿੱਚ ਕੇ ਬੋਲਿਆ ਆਪਣੇ ਬੇਟੇ ਨੂੰ, ਤਾਂ ਉਸ ਵੇਲੇ ਬੋਲਿਆ, ਕਹਿੰਦਾ ਪਾਪਾ ਦਾ ਫੋਨ ਆ। ਇਹ ਗਾਲਾਂ ਜਿਹੜੀ ਹੈ ਮੇਰੀ ਵਾਈਫ ਨਹੀਂ ਕਢਾ ਸਕਦੀ, ਉਹਦੀ ਮਾਂ ਨੇ ਕਢਵਾਈਆਂ, ਕਿਉਂਕਿ ਉਹਨਾਂ ਦੀ ਸੋਚ ਇਹ ਹੈ ਸਰ, ਹਰ ਇੱਕ ਚੀਜ਼ ਦੇ ਸਬੂਤ ਮੇਰੇ ਕੋਲੋਂ ਪਏ ਆ। ਜਿੱਥੇ ਜਿਹੜੇ ਚੀਜ਼ ਦਾ ਸਬੂਤ ਚਾਹੀਦਾ ਸਰ ਮੈਂ ਦਊਂਗਾ, ਮੇਰੇ ਕੋਲ ਪਏ ਆ ਜੀ। ਇਹ ਕਦੋਂ ਗਈ ਇਹ ਤੁਹਾਡੀ ਵਾਈਫ? ਇਹ ਸਰ 19 ਨਵੰਬਰ 2021 ਨੂੰ 2021 ਨੂੰ ਗਈ ਹੈਗੀ ਆ, ਤੇ 22 ਚੱਲਦਾ ਪਿਆ, ਤੇ ਪੌਣੇ 2 ਸਾਲ ਦੇ ਕਰੀਬ ਹੋ ਗਏ ਆ। ਪੌਣੇ 2 ਸਾਲ ਨਹੀਂ ਸਰ ਹੋਏ ਹੈਗੇ ਜੀ, 5 ਮਹੀਨੇ ਹੋ ਗਏ। ਅੱਜ 6ਵਾਂ ਮਹੀਨਾ ਸਟਾਰਟ ਹੋ ਗਿਆ ਜੀ। ਅੱਜ 6 ਮਹੀਨੇ ਹੋ ਗਏ ਆ। 6 ਮਹੀਨੇ ਦੇ ਵਿੱਚ ਇੰਨਾ ਤੜਫ ਰਹੇ ਹੋ, ਕਦੀ ਉਹਨਾਂ ਬੱਚਿਆਂ ਦੇ ਵਾਸਤੇ ਇੰਨਾ ਤੜਫੇ ਹੋ, ਕਦੀ ਜਾ ਕੇ ਮਿਲੇ ਹੋ ਪਹਿਲੀ ਵਾਈਫ ਨੂੰ, ਪਹਿਲੇ ਬੱਚਿਆਂ ਦੇ ਨਾਲ ਕਦੀ ਗੱਲਬਾਤ ਕੀਤੀ ਹੈ? ਬਿਲਕੁਲ ਨਹੀਂ ਸਰ, ਬਿਲਕੁਲ। ਤੁਸੀਂ ਫਾਲਟਰ ਹੈਗੇ ਕਿ ਨਹੀਂ ਹੈਗੇ? ਬਿਲਕੁਲ ਨਹੀਂ, ਇਨਸਾਨੀਅਤ ਦੇ ਨਾਤੇ ਮੈਂ ਗੁਨਾਹਗਾਰ ਹਾਂ ਜੀ। ਇਨਸਾਨੀਅਤ ਦੇ ਨਾਤੇ ਮੈਂ ਗੁਨਾਹਗਾਰ ਹਾਂ। ਤਾਂ ਫਿਰ ਜਿਹੜਾ ਗੁਨਾਹਗਾਰ ਹੁੰਦਾ ਹੈਗਾ, ਪਰਮਾਤਮਾ ਵੀ ਤੁਹਾਨੂੰ ਕਿਸੇ ਨਾ ਕਿਸੇ ਟਾਈਮ ਦੰਡ ਤਾਂ ਦਿੰਦਾ ਹੀ ਹੈ। ਦੰਡ ਨਹੀਂ ਦੇ ਰਹੇ ਹੋ, ਮਹਿਸੂਸ ਨਹੀਂ ਕਰ ਰਹੇ ਹੋ? ਦੰਡ ਮਹਿਸੂਸ ਕਰ ਰਹੇ ਹਾਂ, ਪਰ ਸਰ ਜਿਹੜੇ ਬੱਚੇ ਦੂਸਰੇ ਇੱਥੇ ਸੋਰਸਸ ਸੀਗੇ, ਉਹ ਬੱਚੇ ਪੜ ਗਏ, ਮੇਰੇ ਬਾਪ ਨੇ ਪੜ ਲਿਆ, ਸਾਡੇ ਕੋਲ ਸੋਰਸਸ ਸੀਗੇ। ਉਹ ਜੇ ਯਾਰ ਬਾਪ ਨਾ ਹੁੰਦਾ, ਜੇ ਘਰ ਦੇ ਨਾ ਹੁੰਦੇ, ਉਸ ਲੇਡੀ ਦਾ ਜਿਹੜੀ ਪਹਿਲੀ ਤੁਹਾਡੀ ਵਾਈਫ ਹੈਗੀ, ਉਹ ਬੱਚੇ ਲੈ ਕੇ ਕਿੱਥੇ ਜਾਂਦੀ ਫਿਰ? ਮੈਂ ਦੋਸ਼ੀ ਹਾਂ ਜੀ ਉਸ ਚੀਜ਼ ਦਾ। ਇਹ ਤਾਂ ਚਲੋ ਮਾਂ-ਬਾਪ ਤੁਹਾਡਿਆਂ ਨੇ ਉਹਨੂੰ ਸਹਾਰਾ ਦੇ ਦਿੱਤਾ, ਪਰ ਤੁਸੀਂ ਤੇ ਕੋਈ ਕਸਰ ਨਹੀਂ ਨਾ ਛੱਡੀ। ਮੈਂ ਇੱਥੇ ਗਲਤ ਹਾਂ ਜੀ, ਇਸ ਮੈਟਰ ਤੇ ਮੈਂ ਗਲਤ। ਗਲਤ ਤਾਂ ਫਿਰ ਹੁਣ ਭੁਗਤਦੇ ਪੈ ਰਹੇ ਹੋ, ਉਹ ਵੀ ਭੁਗਤ ਰਹੀ ਆ, ਤੁਸੀਂ ਵੀ ਭੁਗਤ ਰਹੇ ਹੋ। ਪਰ ਸਰ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਜਿਹੜੇ ਉਹ ਲੈ ਕੇ ਗਈ। ਉਹਨਾਂ ਬੱਚਿਆਂ ਦਾ ਕੀ ਕਸੂਰ ਸੀ ਜਿਹੜੇ ਤੁਹਾਡੇ ਪਹਿਲੇ ਬੱਚੇ ਆ? ਉਹ ਬਾਪ ਨੂੰ, ਉਹ ਨਹੀਂ ਬਾਪ ਨੂੰ, ਉਹਨਾਂ ਨੂੰ ਵੀ ਤਾਂ ਬਾਪ ਚਾਹੀਦੇ ਆ ਨਾ। ਸਰ ਤੁਹਾਡੀ ਪਹਿਲੀ ਵਾਈਫ ਨਾ ਉਹ ਜਿਹੜੀ ਹੈਗੀ ਆ, ਨਾ ਉਹ ਵਿਧਵਾ ਵਾ, ਤੇ ਨਾ ਉਹ ਜਿਹੜੀ ਆ ਵਿਆਹਤਾ ਹੈਗੀ ਹੈ। ਬਿਲਕੁਲ ਜੀ, ਦੋਸ਼ੀ ਆ ਜੀ ਮੈਂ ਉਹਨਾਂ ਦਾ। ਜੇ ਹੁਣ ਦੋਸ਼ੀ ਹੈਗੇ ਆ ਤਾਂ ਫਿਰ ਦੇਖ ਲਓ ਆਪਣੇ ਵੀ, ਪਰਮਾਤਮਾ ਵੀ ਇੱਕ ਨਾ ਇੱਕ ਮੋੜ ਤੱਕ ਲਿਆ ਕੇ ਸਿੱਟਦਾ ਤਾਂ ਹੈ ਹੀ ਹੈ ਨਾ।
ਹੁਣ ਤੁਸੀਂ ਚਾਹੁੰਦੇ ਕੀ ਹੋ? ਸਰ ਮੈਂ ਇਹ ਚੀਜ਼ ਚਾਹੁੰਦਾ ਕਿ ਇਹਨਾਂ ਨੂੰ ਬਿਠਾ ਕੇ ਪੁੱਛਿਆ ਜਾਵੇ ਇਹਨਾਂ ਦਾ ਰੀਜ਼ਨ ਕੀ ਜਾਣਦਾ ਜੀ। ਸਭ ਤੋਂ ਪਹਿਲੀ ਗੱਲ, ਅਗਰ ਉਹ ਨਹੀਂ ਛੱਡਣਾ ਹੈਗਾ ਲਿਖਤੀ ਰੂਪ ਦੇ ਵਿੱਚ ਮੈਨੂੰ ਲਿਖ ਕੇ ਦੇਣ, ਮੇਰੇ ਬੱਚੇ ਮੈਨੂੰ ਦੇਣ ਵਾਪਸ, ਮੈਂ ਜਿੱਦਾਂ ਵੀ ਮਰਜ਼ੀ ਪਾਲਾਂ, ਉਹ ਮੇਰੀ ਸਿਰਦਰਦੀ ਹੋਵੇਗੀ। ਠੀਕ ਹੈ। ਕਿਉਂਕਿ ਇਹਨਾਂ ਨੇ ਇਸ਼ੂ ਇਹ ਖੜਾ ਕੀਤਾ ਸੀਗਾ ਕਿ ਖਨੌੜੇ ਜ਼ਮੀਨ ਦੇ ਵਿੱਚੋਂ ਹਿੱਸਾ ਲੈ, ਜਦ ਕਿ ਮੈਂ ਉਹਦਾ ਕੋਈ ਹੱਕਦਾਰ ਨਹੀਂ ਹੈਗਾ। ਉਹ ਹੱਕਦਾਰ ਉਹ ਆ ਜੋ ਉੱਥੇ ਛੱਡ ਕੇ ਆ ਚੁੱਕਾ। ਸਹੀ ਹੈਗਾ, ਉਹ ਕਿਉਂ ਦੇਣ? ਮੈਂ ਨਹੀਂ ਸਰ, ਮੈਨੂੰ ਕੋਈ ਹੱਕ ਹੀ ਨਹੀਂ ਹੈਗਾ। ਨਹੀਂ ਹੁਣ ਤੁਸੀਂ ਮੰਗੇ ਨਹੀਂ ਸਕਦੇ ਜਿਹੜੇ ਹੈਗੇ, ਇਹ ਕੋਈ ਗੱਲ ਥੋੜਾ ਹੈਗੀ ਆ। ਜਦੋਂ ਉਹਨਾਂ ਨੇ ਤੁਹਾਨੂੰ ਬਦਖਲ ਵੀ ਕਰਤਾ, ਉਹਨਾਂ ਬੱਚਿਆਂ ਦਾ ਜਿਹੜਾ ਹੈਗਾ ਹੱਕ ਜਿਹੜਾ ਹੈਗਾ, ਆਪਣੀ ਗਲਤੀਆਂ ਤੁਹਾਡੀਆਂ ਤੇ ਭੁਗਤਣ ਉਹ ਬੱਚੇ ਵਿਚਾਰੇ। ਸਰ ਇਹਨਾਂ ਨੇ ਮਤਲਬ ਗੱਲ ਇਹ ਸ਼ੁਰੂ ਇਹ ਰੱਖੀ ਹੈ ਕਿ ਉੱਥੋਂ ਖਨੌੜੇ ਤੋਂ ਹਿੱਸਾ ਲੈ ਜੀ, ਜੋ ਕਿ ਮੈਂ ਨਹੀਂ ਕਰ ਸਕਦਾ, ਕਿਸੇ ਕੀਮਤ ਤੇ ਨਹੀਂ ਕਰ ਸਕਦਾ। ਜੇ ਨਹੀਂ ਹੁਣ ਚੱਲਦੀ ਤਾਂ ਗੱਲ ਬਣਦੀ ਤਾਂ ਫਿਰ ਕੀ ਕੀਤਾ ਕੀ ਜਾ ਸਕਦਾ ਹੈਗਾ? ਪੁਲਿਸ ਨੂੰ ਕੰਪਲੇਂਟ ਕੀਤੀ ਹੈ? ਹਾਂਜੀ ਸਰ, ਮੈਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ। ਮੈਂ 20 ਤਰੀਕ ਨੂੰ 20 ਨਵੰਬਰ 2021 ਨੂੰ ਕੰਪਲੇਂਟ ਕੀਤੀ ਸੀਗੀ। ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਸੀਗਾ ਜੀ, ਕੁਲਵੰਤ ਸਿੰਘ ਹੋਣਾ ਦੇ ਕੋਲ। ਉਹਨਾਂ ਨੇ ਡੀਐਸਪੀ ਪ੍ਰੇਮ ਸਿੰਘ ਹੋਣਾ ਨੂੰ ਮਾਰਕ ਕੀਤੀ ਸੀਗੀ ਜੀ, ਜੋ ਕਿ ਮਾਰਕ ਹੋਣ ਤੋਂ ਬਾਅਦ ਵਿੱਚ ਮੈਂ ਦੁਬਾਰਾ ਚੱਬੇਵਾਲ ਥਾਣੇ ਮੈਨੂੰ ਭੇਜਿਆ ਗਿਆ। 15 ਦਿਨ ਬਾਅਦ ਮੈਨੂੰ ਪਤਾ ਲੱਗਾ ਸੀਗਾ, ਉਹ ਥਾਣੇ ਵਾਲਿਆਂ ਕੋਲ ਮੰਨੇ ਹੈਗੇ ਆ ਕਿ ਅਸੀਂ ਕੁੜੀ ਸਾਡੇ ਕੋਲ ਆ। 15 ਦਿਨ ਮੈਂ ਇਹਨਾਂ ਦੇ ਮਗਰ ਘੁੰਮਦਾ ਰਿਹਾ ਵੀ ਪਤਾ ਨਹੀਂ ਕਿੱਥੇ ਚਲ ਗਏ ਸਮਾਨ ਚੱਕ ਕੇ। ਨੈਗੇਟਿਵ ਥਾਟ ਵੀ ਆਏ ਮਨ ਦੇ ਵਿੱਚ, ਜੇ ਮੇਰੇ ਨਾਲ ਆ ਸਕਦੀ ਆ ਉਹ ਕਿਸੇ ਹੋਰ ਜਗ੍ਹਾ ਵੀ ਖਿਆਲ ਆ ਤਾਂ ਸਾਡੇ ਦਾ ਹੈ ਹੀ ਆ, ਹੋ ਸਕਦਾ ਹੈਗਾ। ਉਹਦਾ ਕੀ ਕੀ ਕਿਹਾ ਜਾ ਸਕਦਾ? ਇਹਦਾ ਖਿਆਲ ਹੈ ਜੀ, ਇਹਦਾ ਆਪਣੇ ਸੋਚ ਆ। ਹੁਣ ਉਹ ਤੁਹਾਡੀ ਵਾਈਫ ਜਿਹੜੀ ਆ, ਸੈਕੰਡ ਵਾਈਫ ਆ, ਜਿਹਨਾਂ ਲੀਵਨ ਰਿਲੇਸ਼ਨ 'ਚ ਰਹਿ ਰਹੇ, ਉਹ ਕੀ ਕਰ ਰਹੀ ਆ? ਉਹ ਸਰ ਫਗਵਾੜੇ ਸ਼ੋਰੂਮ ਤੇ ਕਿਤੇ ਜੌਬ ਕਰ ਰਹੇ ਜੀ। ਅੱਛਾ ਜੀ। ਮੈਂ ਉਹਨਾਂ ਨੂੰ ਵੀ ਰਿਕੁਐਸਟ ਭੇਜੀ ਸੀਗੀ ਜੀ, ਕਿਉਂਕਿ ਮੈਂ ਇਨਸਾਨੀਅਤ ਦੇ ਨਾਤੇ, ਜੇ ਮੈਂ ਛੱਡ ਕੇ ਆ ਗਿਆ ਸਰ, ਫਰਜ਼ ਉਹਦਾ ਚਾਹੇ ਗਰੀਬੀ ਆ ਚਾਹੇ ਅਮੀਰੀ ਆ, ਇਨਸਾਨੀਅਤ ਦੇ ਨਾਤੇ ਉਹਦਾ ਹਰ ਹਾਲਤ ਵਿੱਚ ਮੇਰੇ ਨਾਲ ਖੜਨਾ ਬਣਦਾ। ਮੇਰੇ ਨਾਲ ਖੜਨਾ ਬਣਦਾ ਉਹਦਾ ਜੀ। ਠੀਕ ਹੈ। ਇਹਦੇ ਲਈ ਮੈਨੂੰ ਜਿਸ ਵੀ ਹੱਦ ਤੱਕ ਜਾਣਾ ਪਏਗਾ ਕਾਨੂੰਨੀ ਤੌਰ ਤੇ ਮੈਂ ਜਾਵਾਂਗਾ, ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਾਂਗਾ ਜੀ। ਠੀਕ ਹੈ। ਕੀ ਰਿਕੁਐਸਟ ਕਰਨਾ ਚਾਹੁੰਦੇ ਹੋ ਐਡਮਿਨਿਸਟ੍ਰੇਸ਼ਨ ਨੂੰ ਤੁਸੀਂ? ਸਰ ਐਡਮਿਨਿਸਟ੍ਰੇਸ਼ਨ ਨੂੰ ਤਾਂ ਮੈਂ ਇਹ ਰਿਕੁਐਸਟ ਕਰਦਾ ਕਿ ਮੇਰੀ ਹੈਲਪ ਕੀਤੀ ਜਾਵੇ, ਮੇਰੀ ਫੈਮਿਲੀ ਵਾਪਸ ਲਿਆਂਦੀ ਜਾਵੇ। ਠੀਕ ਹੈ। ਤਾਂ ਜੋ ਮੈਂ ਮੇਰੀ ਜ਼ਿੰਮੇਵਾਰੀ ਜੇ ਮੈਂ ਉਧਰ ਨਹੀਂ ਨਿਭਾ ਸਕਿਆ ਤਾਂ ਕਮ ਸੇ ਕਮ ਮੈਨੂੰ ਇੱਥੇ ਤਾਂ ਨਿਭਾਉਣ ਦਿਓ। ਠੀਕ ਹੈ। ਲਓ ਦੋਸਤੋ, ਇਹ ਸਨ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦੀ ਕਹਾਣੀ ਤੁਸੀਂ ਵੀ ਸੁਣੀ ਹੈਗੀ ਹੈ ਤੇ ਮੈਂ ਵੀ ਸੁਣੀ ਹੈ। ਤੇ ਹੁਣ ਇਹਦਾ ਨਿਚੋੜ ਤੁਸੀਂ ਕੱਢੋ ਵੀ ਕੀ ਜਿਹੜਾ ਹੈ ਇਸ ਇਨਸਾਨ ਨੇ ਜਿਸ ਵੇਲੇ ਸਟੈਪ ਚੱਕਿਆ ਉਹ ਸਹੀ ਚੱਕਿਆ, ਜਾਂ ਹੁਣ ਜੋ ਇਹਦੇ ਨਾਲ ਹੋ ਰਿਹਾ ਹੈਗਾ ਉਹ ਠੀਕ ਹੋ ਰਿਹਾ ਜਾਂ ਗਲਤ ਹੋ ਰਿਹਾ ਹੈਗਾ। ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।